8 ਦਸੰਬਰ ਯਾਨੀ ਕਿ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ ਤੇ ਅੱਜ ਤੁਹਾਨੂੰ ਅਸੀਂ ਪੂਰੇ ਜਲੰਧਰ ਦਾ ਹਾਲ ਦਿਖਾਵਾਂਗੇ ਕਿੱਦਾਂ ਜਥੇਬੰਦੀਆਂ ਵਪਾਰਿਕ ਜਥੇਬੰਦੀਆਂ ਔਰ ਸਮਾਜਿਕ ਕਾਰਜਕਰਤਾ ਰਾਜਨੀਤਿਕ ਪਾਰਟੀਆਂ ਵੱਲੋਂ ਭਾਰਤ ਬੰਦ ਦਾ ਸਮਰਥਨ ਕੀਤਾ ਜਾ ਰਿਹਾ ਹੈ।
ਜਥੇਦਾਰ ਕਸ਼ਮੀਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨੂੰ ਪੁੱਛਾਂਗੇ ਅੱਜ ਦਾ ਸੰਘਰਸ਼ ਕਿੱਦਾਂ ਉਲੀਕਿਆ। ਅੱਜ ਦਾ ਜੋ ਸਾਡਾ ਧਰਨਾ ਆ, ਇਹ ਮੋਰਚਾ ਜਿਹੜਾ ਚੱਲ ਰਿਹਾ ਆ ਦਿੱਲੀ ਦੇ ਵਿੱਚ, ਉਹਦੀ ਬੈਕਅਪ ਆ। ਅਸੀਂ ਦੱਸਣਾ ਚਾਹੁੰਦੇ ਮੋਦੀ ਸਾਹਿਬ ਨੂੰ ਬਈ ਕਿਤੇ ਦਿੱਲੀ ਦੇ ਵਿੱਚ ਹੀ ਉਹ ਕਿਸਾਨ ਇਹ ਨਹੀਂ ਹੁਣ ਘਰਾਂ ਤੋਂ ਉੱਠ ਕੇ ਦਿੱਲੀ ਚਲ ਗਏ ਆ। ਅਸੀਂ ਪਿੱਛੇ ਸਾਡੀ ਬੈਕਅਪ ਟੀਮ ਵੀ ਓਡੀ ਤਕੜੀ ਹੋ ਕੇ ਉਹਦੇ ਤਰੀਕੇ ਦੇ ਨਾਲ ਚੱਲ ਰਹੀ ਆ। ਅਸੀਂ ਤਕੜੇ ਵੱਡੀ ਤਾਦਾਦ ਦੇ ਵਿੱਚ ਅੱਜ ਇਸ ਹਾਈਵੇ ਦੇ ਉੱਤੇ, ਚਾਹੇ ਸਿੰਘੂ ਬਾਰਡਰ ਹੋਵੇ, ਚਾਹੇ ਅੰਮ੍ਰਿਤਸਰ ਤੋਂ ਲੱਗ ਕੇ, ਸਾਨੂੰ ਤਾਂ ਇੱਦਾਂ ਲੱਗਦਾ ਚਾਹੇ ਜਲੰਧਰ PAP ਚੌਂਕ, ਚਾਹੇ ਸਿੰਘੂ ਬਾਰਡਰ, ਸਾਡੇ ਦਾ ਸੇਮ ਧਰਤੀ ਆ। ਉੱਥੇ ਤਰ੍ਹਾਂ ਹੀ ਆਪਣੇ ਘਰ ਦੇ ਵਿੱਚ ਜਿਵੇਂ ਇੱਥੇ ਚਲਾ ਰਹੇ ਉੱਥੇ ਚਲਾ ਰਹੇ, ਪਰ ਇਹ ਸਿਰਫ ਇੱਕ ਮੈਸੇਜ ਦੇਣ ਲਿਆ ਜੋ ਹੋਏ ਇਕੱਠੇ ਵੀ ਕਿਤੇ ਅਸੀਂ ਉੱਥੇ ਨਹੀਂ ਚੱਲ ਗਏ। ਅਸੀਂ ਮੋਦੀ ਸਾਹਿਬ ਮਤ ਸੋਚੀ ਵੀ ਅਸੀਂ ਕਿਤੇ ਉੱਥੇ ਜਾ ਕੇ ਪਿੱਛੇ ਹੁਣ ਕੋਈ ਹੈ ਨਹੀਂਗਾ, ਤੂੰ ਸੋਚੂਗਾ ਇਹਨਾਂ ਦੀ ਘੇਰਾਬੰਦੀ ਕਰ ਲੂੰਗਾ। ਤੈਨੂੰ ਦੱਸਣਾ ਚਾਹੁੰਦੇ ਆ, ਤੂੰ ਸਾਡੀ ਘੇਰਾਬੰਦੀ ਕਰੂੰਗਾ, ਤੇਰੀਆਂ ਨਾਸਾਂ ਬੰਦ ਕਰ ਦੇਣਗੇ। ਆਹ ਲੋਕ ਜਿਹੜੇ ਅੱਜ ਪੰਜਾਬ ਦੇ ਲੋਕ ਨੇ ਇਕੱਠੇ ਹੋਏ ਬੈਠੇ ਨੇ, ਸਾਰੇ ਪੂਰੇ ਭਾਰਤ ਦੇਸ਼ ਦੇ ਵਿੱਚ ਹਰ ਕੋਨੇ ਧਰਨੇ ਚੱਲ ਰਹੇ ਨੇ, ਹਰ ਪਿੰਡ ਦੇ ਵਿੱਚ ਧਰਨੇ ਚੱਲ ਰਹੇ। ਕੱਲ੍ਹ ਦੇ ਸਾਡੇ ਕੋਲ ਝੰਡੇ ਦੇ ਬੈਜ ਨਹੀਂ ਪੂਰੇ ਹੋ ਰਹੇ, ਸਟਿੱਕਰ ਨਹੀਂ ਪੂਰੇ ਹੋ ਰਹੇ, ਦੁਕਾਨਦਾਰਾਂ ਦੀ ਛਪਾਈ ਨਹੀਂ ਹੋ ਰਹੀ। ਇੰਨੀ ਵੱਡੀ ਤਾਦਾਦ ਦੇ ਵਿੱਚ ਕਿਸਾਨ ਦੇ ਝੰਡੇ ਦੇ ਖੇਤ ਇਕੱਠੇ ਹੋ ਕੇ ਮਜ਼ਦੂਰ, ਵਪਾਰੀ, ਹਰ ਵਰਗ, ਦੁਕਾਨਦਾਰ ਸਾਰੇ ਸਾਡਾ ਸਹਿਯੋਗ ਕਰ ਰਹੇ ਨੇ। ਮੇਰਾ ਸੀਸ ਝੁਕਦਾ ਇਹਨਾਂ ਲੋਕਾਂ ਦੇ ਅੱਗੇ ਜਿਹੜੇ ਲੋਕ, ਪਰ ਮੈਂ ਤੁਹਾਡੇ ਚੈਨਲ 'ਚ ਇੱਕੋ ਗੱਲ ਕਹਿਣੀ ਚਾਹੁੰਦਾ, ਭਰਾਵੋ ਤਗੜੇ ਹੋ ਗਏ। ਆਪਾਂ ਨੂੰ ਪਿਕਨਿਕ ਨਹੀਂ ਸਮਝਣਾ। ਉੱਥੇ 2-4 ਦਿਨ ਦਾ ਜੇਨ ਵੀ ਜਾਣਾ ਹੁੰਦਾ, 4-5 ਦਿਨ ਦਾ ਪ੍ਰੋਗਰਾਮ ਬਣਾ ਕੇ ਜਾਇਆ ਕਰੋ ਵਧੀਆ ਤਰੀਕੇ ਦੇ ਨਾਲ। ਦਿੱਲੀ ਫਤਿਹ ਕਰਕੇ ਆਉਣੀ ਆ। ਹਮੇਸ਼ਾ ਹੀ ਬਾਬਾ ਬਘੇਲ ਸਿੰਘ ਨੇ ਉਸ ਦਿੱਲੀ ਦੇ ਲਾਲ ਕਿਲ੍ਹੇ ਤੇ ਝੰਡਾ ਚਾੜਿਆ ਸੀ। ਅੱਜ ਵੀ ਉੱਥੇ ਸਿੱਖਾਂ ਦਾ ਰਾਜ ਆ, ਅੱਜ ਵੀ ਪੰਜਾਬੀਆਂ ਦਾ ਰਾਜ ਆ। ਹਰਿਆਣੇ ਦੇ ਵਿੱਚ ਜਿੱਥੇ ਸਾਡੇ ਵਿੱਚ ਐਡੀ ਨਫ਼ਰਤ ਭਰੀ ਹੋਈ ਸੀ, ਉੱਥੇ ਅੱਜ ਹਰਿਆਣੇ ਦਾ ਦੁਕਾਨਦਾਰ ਇਹ ਗੱਲ ਕਹਿ ਰਿਹਾ, ਉਹ ਲੋਕੋ ਤੁਹਾਡੇ ਵਿੱਚ ਨਫ਼ਰਤ ਭਰ ਕੇ, ਸਾਡੇ ਤੁਹਾਡੇ ਨਫ਼ਰਤ ਭਰ ਕੇ ਇੰਨਾ ਸਾਨੂੰ ਪਛਾੜ ਦਿੱਤਾ ਸੀਗਾ, ਇੰਨਾ ਸਤਿਕਾਰ ਕਰਦੇ। ਸਾਡੀਆਂ ਬਹੂ ਬੇਟੀਆਂ ਜਦੋਂ ਆਉਣੀਆਂ ਤੁਸੀਂ ਪਾਸਾ ਦੇ ਕੇ ਲੰਘਦੇ ਆ, ਤੁਸੀਂ ਨਮਸਕਾਰ ਕਰਦੇ ਆ, ਤੁਸੀਂ ਦੁਕਾਨਦਾਰ ਨੂੰ ਇੱਥੇ ਪੈਸਾ ਬਟਾਉਂਦੇ ਆ ਤੇ ਗੋਦੀ ਮੀਡੀਆ ਕਹਿ ਰਿਹਾ ਦੁਕਾਨਦਾਰ ਦਾ ਨੁਕਸਾਨ ਹੋ ਰਿਹਾ। ਇਸ ਕਰਕੇ ਮੈਂ ਤੁਹਾਡੇ ਚੈਨਲ ਜਿਹੜੇ ਕਹਿਣਾ ਚਾਹੁੰਦਾ, ਮੋਦੀ ਸਾਹਿਬ ਕਿਸੇ ਵੀ ਕੀਮਤ ਤੇਰੇ ਕਾਲੇ ਕਾਨੂੰਨ ਅਸੀਂ ਬਰਦਾਸ਼ਤ ਨਹੀਂ ਕਰਨੇ, ਇਹ ਰੱਦ ਕਰਨੇ ਪੈਣਗੇ। ਇਹਨਾਂ ਨੂੰ ਤੁਰੰਤ ਰੱਦ ਕਰ ਦੇ, ਨਹੀਂ ਤਾਂ ਸਾਡੇ ਭਾਰਤ ਦੇਸ਼ ਦਾ, ਪੰਜਾਬ ਦਾ ਨੌਜਵਾਨ ਅੱਜ ਪੱਬਾਂ ਭਰ ਹੋ ਕੇ ਜ਼ੋਰ ਲਾ ਰਿਹਾ। ਇਹਨਾਂ ਨੇ ਕਿਸੇ ਵੀ ਕੀਮਤ ਵਿੱਚ ਪਿੱਛੇ ਨਹੀਂ ਹਟਣਾ। ਕਿੰਨੀ ਦੇਰ ਸੰਘਰਸ਼ ਤੁਹਾਡਾ ਚੱਲਦਾ ਰਹੇਗਾ ਜੀ? ਸਾਡੀ ਕੋਈ ਹੱਦ ਥੋੜਾ ਵਾ। ਅਸੀਂ ਤਾਂ ਅੰਨਦਾਤੇ ਆ, ਕਾਨੂੰਨ ਨਹੀਂ ਵਾਪਸ ਹੁੰਦੇ। ਅਸੀਂ ਤਾਂ ਅੰਨਦਾਤੇ ਆ। ਸਾਡੇ ਕੋਲ ਉੱਥੇ ਰਾਸ਼ਨ ਇੰਨਾ ਪਿਆ ਆ, ਸਾਡੇ ਤਾਂ ਆਪਣੇ ਹੱਕਾਂ ਦੀ ਲੜਾਈ ਆ। ਜਿੰਨੇ ਚਿਰ ਹੱਕ ਨਹੀਂ ਮਿਲਦੇ ਉਹਨਾਂ ਚਿਰ ਲੜਾਂਗੇ। ਪੁਸ਼ਪਿੰਦਰ ਕੌਰ ਖਾਲਸਾ ਜੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਦੱਸੋ ਜੀ, ਤੁਸੀਂ ਆਏ ਹੋ ਅੱਜ? ਹਾਂਜੀ ਬਿਲਕੁਲ ਜੀ। ਹਾਂਜੀ ਕੀ ਕਰ ਰਹੇ ਹੋ ਦੱਸੋ ਜੀ, ਕਿੱਦਾਂ ਕੀ ਮੰਗ ਰਹੇ? ਇਸ ਕਰਕੇ ਕਿ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ। ਗਲਤ ਹੈ ਜੇ ਦੇਸ਼ ਦਾ ਅੰਨਦਾਤਾ ਮਰੂਗਾ ਤੇ ਭੁੱਖੇ ਤਾਂ ਅਸੀਂ ਵੀ ਮਰਾਂਗੇ, ਭਾਵੇਂ ਕੋਈ ਕਿਸਾਨੀ ਕਰਦਾ ਭਾਵੇਂ ਨਹੀਂ ਕਰਦਾ। ਪਰ ਕਮਾਲ ਦੀ ਗੱਲ ਹੈ ਮੋਦੀ ਸਰਕਾਰ ਦੀ, ਇਹ ਕਹਿੰਦੇ ਹੈ ਬਈ ਕਿਸਾਨਾਂ ਨੂੰ ਸਮਝ ਨਹੀਂ ਆ ਰਹੀ। ਇਹ ਕਿਸ ਤਰ੍ਹਾਂ ਹੋ ਸਕਦਾ? ਤੁਸੀਂ ਕੀ ਸਮਝਦੇ ਕਿਸਾਨ ਅਨਪੜ੍ਹ ਨੇ? ਉਹ ਸਮੇਂ ਬੀਤ ਗਏ, ਸਾਡੇ ਬਜ਼ੁਰਗ ਬੜੇ ਭੋਲੇ ਸੀ ਤੇ ਠੀਕ ਆ, ਤੁਹਾਡੇ ਲਈ ਲਟਾਉਂਦੇ ਰਹੇ ਸਭ ਕੁਝ। ਹੁਣ ਦਾ ਕਿਸਾਨ ਜਿਹੜਾ ਬੜਾ ਪੜ੍ਹਿਆ ਲਿਖਿਆ, ਸਾਡੀਆਂ 40 ਤੋਂ ਵੱਧ ਕਿਸਾਨ ਯੂਨੀਅਨਾਂ, ਜਿਤਨੇ ਉਹਨਾਂ ਦੇ ਲੀਡਰ ਨੇ ਸਾਰੇ ਪੋਸਟ ਗ੍ਰੈਜੂਏਟ ਨੇ, ਆਪਣੇ ਹੱਕਾਂ ਦੇ ਪ੍ਰਤੀ ਉਹ ਜਾਗਰੂਕ ਨੇ। ਉਹਨਾਂ ਨੂੰ ਪਤਾ ਕਿਹੜਾ ਕਾਨੂੰਨ ਸਾਡੇ ਹੱਕ ਵਿੱਚ ਹੈਗਾ, ਕਿਹੜਾ ਨਹੀਂ ਹੈਗਾ। ਕਿਉਂਕਿ ਜੇ ਕਿਸਾਨ ਮਰਿਆ ਸਾਰੇ ਮੰਨ ਗਏ। ਇੱਕ ਮੈਨੂੰ ਸਿਆਣੇ ਬੰਦੇ ਦੀ ਗੱਲ ਯਾਦ ਆ ਗਈ, ਕਹਿੰਦੇ ਬਾਦਸ਼ਾਹ ਇੰਨਾ ਵੀ ਗਰੀਬ ਨਾ ਚੁਣੋ ਕਿ ਉਹ ਕਿਸੇ ਸਰਮਾਏਦਾਰ ਦਾ ਗੁਲਾਮ ਹੋ ਜਾਵੇ। ਇਹ ਇਦਾਂ ਦਾ ਬਾਦਸ਼ਾਹ ਚੁਣ ਲਿਆ ਸੀ ਇੰਨਾ ਗਰੀਬ, ਇਹ ਅੰਬਾਨੀ ਅਡਾਨੀ ਦਾ ਉਹਨਾਂ ਦਾ ਗੁਲਾਮ ਹੋ ਗਿਆ, ਉਹਨਾਂ ਦੇ ਹੱਥੇ ਮੁਲਕ ਵੇਚ ਦਿੱਤਾ। ਇੱਕ ਹਿੰਦੂ ਵਿਦਵਾਨ, ਇੱਕ ਸੰਤ ਸੀ ਦਿੱਲੀ ਵਿਖੇ, ਉਹ ਕਹਿ ਰਿਹਾ ਸੀ, ਕਹਿੰਦਾ ਉਹ ਤੁਸੀਂ ਕੀ ਸਮਝਦੇ ਹੋ? ਪਤਾ ਇਹਨੂੰ ਵੀ ਹੈ ਇਹ ਕਾਨੂੰਨ ਜਿਹੜੇ ਮੈਂ ਲਿਆਇਆ ਇਹ ਗਲਤ ਹੈ, ਮੈਂ ਇਹ ਵੀ ਜਾਣਦਾ, ਪਰ ਇਹ ਵਿਚਾਰਾ ਕਰੇ ਕੀ? ਇਹ ਸਭ ਕੁਝ ਆਪਣਾ ਇਹ ਮੁਲਕ ਵੇਚ ਚੁੱਕਾ ਅੰਬਾਨੀ ਤੇ ਅਡਾਨੀ ਨੂੰ, ਹੱਥ ਇਹਦੇ ਵੀ ਬਸ ਕੁਛ ਨਹੀਂ। ਪਰ ਬੇਸ਼ੱਕ ਕੁਛ ਨਹੀਂ, ਮੋਹਰੇ ਦੀ ਲੱਗਣੀ, ਕਾਨੂੰਨ ਇਹਨ ਕੈਂਸਲ ਕਰਾਉਣੇ, ਵਾਪਸ ਲੈਣੇ ਪੈਣਗੇ ਔਰ ਹੱਲ ਹੀਲੇ ਲੈਣੇ ਪੈਣਗੇ। ਇਹ ਕਹਿੰਦਾ ਖਰੇ ਸਾਰੇ ਕਿਸਾਨ ਦਿੱਲੀ ਪਹੁੰਚ ਗਏ, ਦਿੱਲੀ ਨਹੀਂ, ਥਾਂ ਥਾਂ ਤੇ ਜਾ ਕੇ ਦੇਖੋ। ਦਿੱਲੀ ਵਿੱਚ ਘੱਟੋ ਇੱਥੇ ਜਲੰਧਰ ਵਿੱਚ 10 ਜਗ੍ਹਾ ਨਾਕੇ ਲੱਗੇ ਆ। ਇਹਨੂੰ ਪੁੱਛੋ ਇੰਨੀ ਸੰਗਤ ਹੈ, ਅਸੀਂ ਤਾਂ ਅਜੇ ਆਪਣਾ 1 ਲੱਖਵਾਂ ਹਿੱਸਾ ਵੀ ਉੱਥੇ ਨਹੀਂ ਭੇਜਿਆ। ਉਹਨਾਂ ਵਾਸਤੇ ਰਾਸ਼ਨ ਉਹ 6 ਮਹੀਨੇ ਦਾ ਲੈ ਕੇ ਗਏ ਹੋਣਗੇ, 60 ਸਾਲਾਂ ਦਾ ਰਾਸ਼ਨ ਅਸੀਂ ਪਹੁੰਚਾਉਂਦੇ ਰਵਾਂਗੇ। ਤੂੰ ਲਾਲਾ ਜਿੱਥੇ ਤੱਕ ਜ਼ੋਰ ਲੱਗਦਾ, ਭੱਜਦਿਆਂ ਨੂੰ ਬਾਣ ਇੱਕੋ ਜਿਹਾ ਹੁੰਦਾ, ਭੱਜ ਲਾ ਜਿੱਥੇ ਤਾਈਂ ਮਰਜੀ। ਕਿਸਾਨਾਂ ਨੂੰ ਭੱਜਣ ਨਹੀਂ ਦੇਣਾ, ਕਾਨੂੰਨ ਵਾਪਸ ਕਰਾ ਕੇ ਆਪਣੇ ਹੱਕ ਲੈ ਕੇ ਆਵਾਂਗੇ। ਤੇਰਾ ਹੱਕ ਨਹੀਂ ਮੰਗਦੇ, ਆਪਣਾ ਹੱਕ ਲੈ ਕੇ ਹਟਾਂਗੇ ਔਰ ਤੈਨੂੰ ਕੀ ਤੇਰੇ ਫਰਿਸ਼ਤਿਆਂ ਨੂੰ ਵੀ ਦੇਣਾ ਪਏਗਾ। ਸਾਡੇ ਨਾਲ ਸਮਰਾ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਕਿੱਦਾਂ ਦੇਖਦੇ ਹੋ ਸੰਘਰਸ਼ ਨੂੰ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦੇਖੋ ਇਹ ਜੰਗ ਹੈ,
ਔਰ ਜੰਗ ਨੂੰ ਹਮੇਸ਼ਾ ਇਸ ਤਰ੍ਹਾਂ ਦੇਖਿਆ ਜਾਂਦਾ ਕਿ ਅਸੀਂ ਜਿੱਤੇ ਆ ਔਰ ਜਿੱਤ ਵੀ ਗਏ ਆ। ਜਿਵੇਂ ਮੈਂ ਹਾਕੀ ਚੋਂ ਨਿਕਲ ਗਿਆ, ਮੈਨੂੰ ਇੰਨਾ ਕੁ ਤਜਰਬਾ ਆ, ਜਿਵੇਂ ਕਹਿੰਦੇ ਕਿ ਵੀ ਨਾ ਟੀਮ ਮੈਚ ਹਾਰਦੀ ਹੋਵੇ ਉਹ ਕਿਤੇ ਨਾ ਕਿਤੇ ਨਾ ਹੋਲਡ ਕਰਕੇ ਬਹਿ ਜਾਂਦੀ ਵੀ ਥੋੜੀ ਬੇਇੱਜ਼ਤੀ ਘੱਟ ਹੋਵੇ। ਜਿੱਤ ਅਸੀਂ ਗਏ ਆ ਕਿਉਂਕਿ ਇਹਦੇ ਜਿਹੜੇ ਮੇਨ ਸਿਪਾਹੀ ਹੈ ਨਾ, ਖਿਡਾਰੀ ਹੈ ਪੰਜਾਬ ਦਾ ਮੀਡੀਆ, ਤੁਸੀਂ ਹੋ, ਕਿਉਂਕਿ ਤੁਸੀਂ ਸਾਥ ਖੁੱਲ੍ਹ ਕੇ ਦਿੱਤਾ। ਕਈ ਬੰਦੇ ਕਹਿੰਦੇ ਨੈਸ਼ਨਲ ਮੀਡੀਆ ਨਹੀਂ ਦਿਖਾਉਂਦਾ, ਮੈਂ ਕਿਹਾ ਯਾਰ ਉਹ ਤਾਂ 29 ਸੀਟਾਂ ਦੇਖਦੀਆਂ ਹੋਣੀਆਂ, ਇਹਨਾਂ ਨੂੰ ਤਾਂ ਪੂਰੀ ਦੁਨੀਆ ਦੇਖਦੀ ਅੱਜ। ਔਰ ਪੰਜਾਬ ਦਾ ਮੀਡੀਆ ਦਾ ਜਿਹੜਾ ਕੱਦ ਸੀ ਨਾ ਇੱਥੇ ਪਹੁੰਚ ਗਿਆ ਹੈ, ਇਹਦਾ ਕਾਰਨ ਇਮਾਨਦਾਰੀ ਪੱਤਰਕਾਰਾਂ ਦੀ। ਮੇਰਾ ਕੈਮਰਾ ਵੀਰ ਉਹ ਵੀ ਸੈਨਿਕ ਹੈ, ਤੁਸੀਂ ਵੀ ਸੈਨਿਕ ਹੋ, ਮੇਰੇ ਭਰਾ ਸੈਨਿਕ ਨੇ ਜਿੰਨੇ ਵੀ ਖੜੇ। ਔਰ ਜਦੋਂ ਫੌਜ ਹੈ ਨਾ ਬਿਨਾਂ ਤਨਖਾਹ ਤੋਂ ਔਰ ਇਸ ਤਰ੍ਹਾਂ ਕਰਕੇ ਲੜਦੀ ਹੋਵੇ ਉਦੋਂ ਕੋਈ ਹਰਾ ਨਹੀਂ ਸਕਦਾ। ਸਾਡਾ ਇਤਿਹਾਸ ਹੈ, ਦਸਮ ਪਾਤਸ਼ਾਹ ਨੂੰ ਕਹਿੰਦੇ ਵੀ ਤੁਹਾਡੀ ਫੌਜ ਜਿਹੜੀ ਆ ਉਹ ਤਾਂ ਦੌੜ ਗਏ ਨੇ ਵਿੱਚੋਂ ਸੈਨਿਕ, ਉਹ ਕਹਿੰਦੇ ਉਹ ਦੌੜੇ ਜਿਹੜੇ ਤਨਖਾਹੀਏ ਸੀ, ਜਿਹੜੇ ਬਿਨਾਂ ਤਨਖਾਹ ਤੋਂ ਲੜਨ ਵਾਲੇ ਸੀ, ਅਸੀਂ ਉਹਨਾਂ ਨਾਲ ਜਿੱਤਾਂਗੇ। ਔਰ ਸਾਡੇ ਵਿੱਚ ਸਾਰੇ ਬਿਨਾਂ ਤਨਖਾਹ ਤੋਂ ਲੜਨ ਵਾਲੇ ਆ, ਜਿਹਨੂੰ ਮਰਜ਼ੀ ਪੁੱਛ ਲਓ। ਜਿਹਦੇ ਘਰੇ 10 ਬੋਰੀਆਂ ਦਾਣਿਆਂ ਦੀਆਂ ਪਈਆਂ ਨਾ, ਉਹ ਕਹਿੰਦਾ ਮੇਰੀਆਂ ਸਾਲ ਦੀ ਰੇਟ 2 ਲੱਗਦੀਆਂ, 8 ਬੋਰੀਆਂ ਕਹਿੰਦਾ ਮੈਂ ਪਹਿਲਾਂ ਹੀ ਭੇਜ ਦਿੰਦਾ, ਚਾਹੇ ਵੇਚ ਕੇ ਪੈਸੇ ਭੇਜ ਦਿੰਦਾ। ਉਹ ਜੰਗ ਕਦੇ ਅਸੀਂ ਹਾਰ ਨਹੀਂ ਸਕਦੇ। ਚੰਗੀ ਗੱਲ ਹੈ ਜੀ। ਕੀ ਕਾਰਨ ਕੀ ਲੱਗਦਾ, ਕਿਉਂ ਨਹੀਂ ਮੋਦੀ ਸਰਕਾਰ ਇਹਨੂੰ ਵਾਪਸ ਲੈ ਰਹੀ ਬਿੱਲ ਨੂੰ? ਦੇਖੋ ਕਿਤੇ ਨਾ ਕਿਤੇ ਉਹ ਚਾਹੁੰਦੇ ਕਿ 5% ਲੋਕਾਂ ਨੂੰ ਦੇਸ਼ ਸੰਭਾਲ ਦਿਓ, ਆਰਾਮ ਨਾਲ ਉੱਥੋਂ ਵੱਡੇ ਟੈਚੀ ਲੈ ਤੇ ਇਲੈਕਸ਼ਨਾਂ ਲੜਨੀਆਂ। ਪਰ ਇਹ ਦੇਸ਼ ਜਿਹੜਾ ਹਿੰਦੁਸਤਾਨ, ਮੈਂ ਕਹਾਂ ਕਿ ਭਾਰਤ ਵਰਸ਼ ਹੈ, ਉਹ ਉਹਨਾਂ ਲੋਕਾਂ ਦਾ ਹੈ ਜਿਨੇ ਇੱਥੇ ਆਪਣਾ ਖੂਨ ਬਹਾਇਆ, ਫਿਰ ਆਜ਼ਾਦੀ ਮਿਲੀ, ਜਿਨ੍ਹਾਂ ਨੇ ਜੰਗਲਾਂ ਨੂੰ ਵੱਢ ਕੇ ਆਬਾਦ ਕੀਤਾ ਜ਼ਮੀਨ, ਫਿਰ ਸਾਨੂੰ ਭੋਜਨ ਮਿਲਿਆ। ਇਹ ਉਹਨਾਂ ਦਾ ਦੇਸ਼ ਹੈ। ਜਿਸ ਮਜ਼ਦੂਰ ਨੇ ਹੱਥਾਂ ਤੇ ਛਾਲੇ ਹੋ ਗਏ, ਆਪਣੇ ਬੱਚਿਆਂ ਨੂੰ ਟਾਈਮ ਸਿਰ ਨਹੀਂ ਮਿਲਦੇ ਸੀ, ਉਹਨਾਂ ਦਾ ਦੇਸ਼ ਹੈ। ਇਸ ਕਰਕੇ ਦੇਸ਼ ਇਹਨਾਂ ਲੋਕਾਂ ਨੇ ਚਲਾਉਣਾ, ਨਾ ਕਿ 5% ਨੇ। ਵਪਾਰੀ ਜਿਹੜਾ ਹੈ ਨਾ, ਜਿਹੜਾ 5% ਆ, ਉਹ ਕਹਿੰਦਾ ਮੈਂ ਛੋਟੇ ਵਪਾਰੀ ਨੂੰ ਵੀ ਮਾਰ ਦੇਣਾ। ਮੈਂ ਹਮੇਸ਼ਾ ਨੌਜਵਾਨਾਂ ਨੂੰ ਕਹਿੰਦਾ ਨਾ ਕਿ ਕਿਸੇ ਨੇ ਕੋਈ ਮਾਲ ਚੋਂ ਚੀਜ਼ ਨਹੀਂ ਖਰੀਦਣੀ, ਛੋਟੇ ਦੁਕਾਨਦਾਰ ਤੋਂ ਜਾ ਕੇ ਚੀਜ਼ ਖਰੀਦੋ ਤਾਂ ਕਿ ਉਹਨਾਂ ਦੀ ਰੋਜੀ ਰੋਟੀ ਚੱਲੇ। ਜਾਂ 2 ਰੁਪਏ ਵੱਧ ਲੈਂਦਾ ਨਾ, ਜਦੋਂ ਉਹਨਾਂ ਦੀ ਦੁਕਾਨਾਂ ਚੱਲ ਪਈਆਂ, ਉਹ 2 ਰੁਪਏ ਘੱਟ ਵੀ ਲਊਗਾ, ਕਿਉਂਕਿ ਉਹਨੂੰ ਪਤਾ ਕਿ ਹਰ ਬੰਦੇ ਨੇ, ਅਮੀਰ ਗਰੀਬ ਨੇ, ਛੋਟੀ ਦੁਕਾਨ ਤੇ ਆਉਣਾ ਸਮਾਨ ਲੈਣ। ਇਸ ਕਰਕੇ ਮੈਂ ਤਾਂ ਖਾਸ ਕਹਿਣਾ ਕਿ ਤੁਹਾਨੂੰ ਮੁਬਾਰਕਬਾਦ ਹੈ ਕਿ ਆਪਾਂ ਜਿੱਤ ਗਏ ਆ। ਸਭ ਤੋਂ ਪਹਿਲੀ ਮੁਬਾਰਕਬਾਦ ਇਸ ਮੀਡੀਆ ਨੂੰ ਆ, ਕਿਉਂਕਿ ਮੈਂ ਹਮੇਸ਼ਾ ਇਮਾਨਦਾਰੀ ਨਾਲ ਬੋਲਣਾ ਚਾਹੁੰਦਾ ਹੁੰਦਾ, ਕਿਉਂਕਿ ਜੇ ਸਾਥ ਤੁਸੀਂ ਨਾ ਦਿੰਦੇ ਨਾ ਕਿਤੇ ਦੱਬ ਕੇ ਰਹਿ ਜਾਣਾ ਸੀ। ਹਰ ਪੰਜਾਬ ਦਾ ਪੱਤਰਕਾਰ ਇਮਾਨਦਾਰੀ ਲੈ ਕੇ ਤੁਰ ਪਿਆ। ਨਹੀਂ, ਅਸੀਂ ਇਹ ਜੰਗ ਦੇ ਵਿੱਚ ਆ, ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਪੈਸੇ ਨਹੀਂ ਖਾਣੇ, ਭੋਜਨ ਖਾਣਾ। ਸੋ ਬੜੀ ਖੁਸ਼ੀ ਦੀ ਗੱਲ ਹੈ। ਦੇਖੋ ਇਹ ਇੱਕ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਕਿਸਾਨ, ਕਿਉਂਕਿ ਸਾਡਾ ਪੰਜਾਬ ਦਾ ਅੰਨਦਾਤਾ ਹੈ, ਉਹਦੇ ਲਈ ਜਿਹੜਾ ਅੱਜ ਆਪਾਂ ਕਹਿ ਸਕਦੇ ਕਿ ਇੱਕ ਬਦੀ ਦੀ ਲੜਾਈ ਦੇ ਲਈ ਅਸੀਂ ਜਿਹੜੀ ਨੇਕੀ ਦੀ ਜਿੱਤ ਲਈ ਕੋਸ਼ਿਸ਼ ਕਰ ਰਹੇ ਹਾਂ। ਔਰ ਅੱਜ ਮੋਟੀ ਗੱਲ ਇਹ ਹੈ ਵੀ ਅਗਰ ਕਿਸਾਨ ਨੂੰ ਆਪਾਂ ਇਹ ਗੱਲ ਕਹਿ ਰਹੇ ਕਿ ਅਸੀਂ ਤੁਹਾਡੀ ਕਮਾਈ ਦੁੱਗਣੀ ਕਰਨਾ ਚਾਹੁੰਦੇ ਹਾਂ, ਅਗਰ ਉਹ ਆਪਣਾ ਸੈਟੀਸਫਾਈ ਹੈ ਤਾਂ ਕਾਨੂੰਨ ਵਾਪਸ ਲੈਣੇ ਚਾਹੀਦੇ। ਪਤਾ ਨਹੀਂ ਕੇਂਦਰ ਸਰਕਾਰ ਕਿਹੜੇ ਲਾਲਚ ਦੇ ਵਿੱਚ ਜਿਹੜੀ ਇਹ ਕਾਨੂੰਨਾਂ ਨੂੰ ਧੱਕੇ ਦੇ ਨਾਲ ਜਿਹੜੇ ਕਿਸਾਨਾਂ ਦੇ ਉੱਪਰ ਥੋਪ ਰਹੀ ਹੈ। ਲੇਕਿਨ ਅੱਜ ਬਹੁਤ ਵੱਡਾ ਇਨਕਲਾਬ ਜਿਹੜਾ ਸ਼ੁਰੂ ਹੋ ਚੁੱਕਾ। ਤੁਸੀਂ ਦੇਖਿਆ ਰਾਜਸਥਾਨ, ਜੰਮੂ, ਇਧਰ ਹਰਿਆਣਾ ਔਰ ਮੱਧ ਪ੍ਰਦੇਸ਼ ਔਰ ਸਾਰੇ ਜਿਹੜੇ ਰਾਜ ਹੈ ਉਹ ਇਕੱਠੇ ਹੋ ਗਏ ਕਿਸਾਨਾਂ ਦੇ ਹੱਕ ਦੇ ਵਿੱਚ। ਇੱਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਵੱਡੇ ਜਿਹੜੇ ਪ੍ਰਦਰਸ਼ਨ ਹੋ ਰਹੇ ਆ। ਲੇਕਿਨ ਸਮਝ ਨਹੀਂ ਕਿ ਕਿਸ ਚੀਜ਼ ਦੀ ਅਣਜਿੱਦ ਹੈ। ਠੀਕ ਹੈ, ਲੋਕਾਂ ਨੇ ਤੁਹਾਨੂੰ ਇੱਕ ਬਹੁਮਤ ਸਰਕਾਰ ਬਣਾਤੀ, ਲੇਕਿਨ ਇੱਕ ਚੰਗੀ ਸੋਚ ਦੇ ਨਾਲ ਇਹਨਾਂ ਨੂੰ ਪੰਜਾਬ ਦੇ ਬੁੱਧੀਜੀਵੀ ਬੁਲਾ ਕੇ ਔਰ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਨਾਲ ਜਲਦ ਸਮਝੌਤਾ ਕਰਨਾ ਚਾਹੀਦਾ ਤਾਂ ਜੋ ਪੰਜਾਬ ਦਾ ਕਿਸਾਨ ਜਿਹੜਾ ਉਹ ਖੁਸ਼ਹਾਲ ਜ਼ਿੰਦਗੀ, ਸਾਡੇ ਦੇਸ਼ ਦਾ ਕਿਸਾਨ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਸਕੇ। ਔਰ ਇਸ ਤੋਂ ਇਲਾਵਾ ਅੱਜ ਪੰਜਾਬ ਔਰ ਭਾਰਤ ਦਾ ਜਿਹੜਾ ਕਿਸਾਨ ਹੈ ਉਹ 2-2 ਏਕੜ ਦਾ ਮਾਲਕ ਹੈ। 2 ਏਕੜ ਵਾਲਾ ਬੰਦਾ ਕਿਉਂ ਫਸਲ ਬਾਹਰ ਵੇਚਣ ਜਾਏਗਾ? ਉਹਨੂੰ ਤੇ ਰਾਤ ਨੂੰ ਆੜ੍ਹਤੀਏ ਦੀ ਲੋੜ ਪੈਣੀ, ਬੱਚਾ ਬਿਮਾਰ ਹੋ ਗਿਆ, ਕੋਈ ਬਜ਼ੁਰਗ ਬਿਮਾਰ ਹੋ ਗਿਆ, ਉਹਨੂੰ 8-10 ਹਜ਼ਾਰ ਰੁਪਏ ਦੀ ਲੋੜ ਪੈਣੀ, ਉਹ ਆੜ੍ਹਤੀਏ ਨੇ ਮਦਦ ਕਰਨੀ। ਇਹ ਰਿਸ਼ਤਾ ਕਿਉਂ ਤੋੜਨਾ ਚਾਹੁੰਦੀ ਹੈ ਕੇਂਦਰ ਸਰਕਾਰ? ਅਸੀਂ ਜਲਦ ਮੰਗ ਕਰਦੇ ਹਾਂ ਕਿ ਦੇਸ਼ ਦੀ ਅਮਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਲਈ ਔਰ ਸਰਕਾਰ ਦੀ ਪੰਜਾਬ ਸਰਕਾਰ ਵੀ ਅੱਗੇ ਵੀ ਕੋਸ਼ਿਸ਼ ਕਰ ਚੁੱਕੀ ਹੈ। ਅੱਜ ਅਸੀਂ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਾਰੇ ਹੀ ਧਰਮਾਂ ਦੇ ਲੋਕ ਔਰ ਸਾਰੇ ਹੀ ਪੰਜਾਬੀ, ਚਾਹੇ ਕੋਈ ਵਪਾਰੀ ਹੈ, ਚਾਹੇ ਕੋਈ ਨੌਕਰੀ ਕਰ ਰਿਹਾ, ਚਾਹੇ ਉਹ ਕੋਈ ਆੜ੍ਹਤੀ ਹੈ, ਅੱਜ ਅਸੀਂ ਇਕੱਠੇ ਹੋ ਕੇ ਆਏ ਹਾਂ। ਔਰ ਅਸੀਂ ਨਰਿੰਦਰ ਤੋਮਰ ਨੂੰ ਨਾਲੇ ਮੀਡੀਆ ਥਰੂ ਬੇਨਤੀ ਕਰਨਾ ਚਾਹਾਂਗੇ, ਜੋ ਉਹਨੇ ਅੱਜ ਬਿਆਨ ਦਿੱਤਾ ਉਹ ਬਹੁਤ ਸ਼ਰਮਨਾਕ ਹੈ ਔਰ ਤੁਰੰਤ ਇਹਦੀ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ। ਅਸੀਂ ਪੀਏਪੀ ਪਹੁੰਚੇ ਹਾਂ। ਪੀਏਪੀ ਦੇ ਵਿੱਚ ਮੋਂਟੀ ਜਮਸ਼ੇਰ ਜੀ ਸਾਡੇ ਨਾਲ ਆਏ ਨੇ, ਇੱਕ ਗੀਤ ਪੇਸ਼ ਕਰਨਾ ਜਾ ਰਹੇ ਨੇ, ਇਹਨਾਂ ਨਾਲ ਗੱਲ ਕਰਾਂਗੇ। ਮੋਂਟੀ ਜੀ, ਕਿੱਦਾਂ ਦਾ ਗੀਤ ਗਾਉਣਾ ਚਾਹੁੰਦੇ ਦੱਸੋ ਜੀ। ਮੈਂ ਜਿਹੜੇ ਸਾਡੇ ਵੀਰ ਉੱਥੇ ਬਾਰਡਰ ਦੇ ਉੱਤੇ ਬੈਠੇ ਇੰਨੇ ਦਿਨਾਂ ਤੋਂ ਬੈਠੇ ਆ, ਉਹਨਾਂ ਦਾ ਹੌਸਲਾ ਅਫਜ਼ਾਈ ਕਰਨ ਲਈ ਇੱਕ ਗੀਤ ਲਿਖਿਆ ਆ ਜੋ ਮੈਂ ਸਾਰੇ ਦਰਸ਼ਕਾਂ ਨੂੰ ਸੁਣਾਉਣਾ ਚਾਹੁੰਦਾ ਹਾਂ। ਡਾਲੇ ਉੱਤੇ ਬਹਿ ਕੇ ਬਾਰੋ ਬਾਰੀ ਕਰਦੇ ਪਏ ਰਖਵਾਲੀਏ, ਡਾਲੇ ਉੱਤੇ ਬਹਿ ਕੇ ਕਰਦੇ ਪਏ ਰਖਵਾਲੀਏ, ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ, ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ। ਜਾਗਦਿਆਂ ਨੂੰ ਪਤਾ ਹੁੰਦਾ ਥੱਲੇ ਕੰਢੇ ਕੇ ਮਖਮਲੀ ਚਾਦਰ, ਜਾਗਦਿਆਂ ਨੂੰ ਪਤਾ ਹੁੰਦਾ ਥੱਲੇ ਕੰਢੇ ਕੇ ਮਖਮਲੀ ਚਾਦਰ, ਸੁੱਤਿਆਂ ਨੂੰ ਸਭ ਭੁੱਲ ਜਾਂਦਾ ਰਾਜੇ ਰੰਕ ਸਭ ਬਰਾਬਰ, ਸੁੱਤਿਆਂ ਨੂੰ ਸਭ ਭੁੱਲ ਜਾਂਦਾ ਰਾਜੇ ਰੰਕ ਸਭ ਬਰਾਬਰ, ਤੇਰੇ ਤੋਂ ਨਹੀਂ ਡੁਲਾ ਹੋਣੇ ਹਰ ਵਿਪਤਾ ਅਸਾਂ ਟਾਲੀਏ,
ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ। ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ। ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ ਰਾਤਾਂ ਨੂੰ ਪਾਣੀ ਲਾਉਂਦੇ ਨੇ, ਸੱਪਾਂ ਦੀਆਂ ਸਿਰੀਆਂ ਨੂੰ ਮਿੱਧ ਕੇ ਰਾਤਾਂ ਨੂੰ ਪਾਣੀ ਲਾਉਂਦੇ ਨੇ। ਫੇਰ ਤੁਹਾਡੇ ਮੂੰਹਾਂ ਤੱਕ ਬੁਰਕੀ ਦੇ ਟੁਕੜੇ ਆਉਂਦੇ ਨੇ, ਫੇਰ ਤੁਹਾਡੇ ਮੂੰਹਾਂ ਤੱਕ ਬੁਰਕੀ ਦੇ ਟੁਕੜੇ ਆਉਂਦੇ ਨੇ। ਇਤਿਹਾਸ ਦੇ ਵਰਕੇ ਫੁੱਲ ਲਵੋ ਹਰ ਗਾਥਾ ਸਾਡੀ ਨਿਰਾਲੀ ਏ। ਇਤਿਹਾਸ ਦੇ ਵਰਕੇ ਫੁੱਲ ਲਵੋ ਹਰ ਗਾਥਾ ਸਾਡੀ ਨਿਰਾਲੀ ਏ। ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ। ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ। ਸਾਫ਼ ਦਿਲਾਂ ਦੇ ਸਾਊ ਬੰਦੇ ਧੰਨੇ ਜਿਹਾ ਸੁਭਾਅ, ਸਾਫ਼ ਦਿਲਾਂ ਦੇ ਸਾਊ ਬੰਦੇ ਧੰਨੇ ਜਿਹਾ ਸੁਭਾਅ। ਕੋਈ ਪੱਥਰ ਦੇ ਕੇ ਗਾਂ ਲੈ ਗਿਆ ਅਸੀਂ ਰੱਬ ਵੀ ਲਿਆ ਮਨਾ, ਕੋਈ ਪੱਥਰ ਦੇ ਕੇ ਗਾਂ ਲੈ ਗਿਆ ਅਸੀਂ ਰੱਬ ਵੀ ਲਿਆ ਮਨਾ। ਠਾਕਰ ਨੇ ਉਦੋਂ ਹਲ ਵੀ ਵਾਹੇ, ਠਾਕਰ ਨੇ ਉਦੋਂ ਹਲ ਵੀ ਵਾਹੇ। ਚਾਰੇ ਬੰਨੇ ਹਰਿਆਲੀ ਏ। ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ। ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ। ਜਮਸ਼ੇਰ ਵਾਲਾ ਮੋਂਟੀ ਕਹਿੰਦਾ ਅੱਜ ਫੇਰ ਵੀ ਵਕਤ ਸਖਾਲੇ, ਜਮਸ਼ੇਰ ਵਾਲਾ ਮੋਂਟੀ ਕਹਿੰਦਾ ਅੱਜ ਫੇਰ ਵੀ ਸਮੇਂ ਸਖਾਲੇ। ਘੋੜਿਆਂ ਦੀਆਂ ਕਾਠੀਆਂ ਤੇ ਸੌਂ ਕੇ ਕਦੇ ਸੀ ਵਕਤ ਗੁਜ਼ਾਰੇ, ਘੋੜਿਆਂ ਦੀਆਂ ਕਾਠੀਆਂ ਤੇ ਸੌਂ ਕੇ ਕਦੇ ਸੀ ਵਕਤ ਗੁਜ਼ਾਰੇ। ਦੇਸ਼ ਭਗਤਾਂ ਯੋਧਿਆਂ ਵਾਲੀ ਸਾਡੀ ਕੌਮ ਨਿਰਾਲੀ ਏ। ਦੇਸ਼ ਭਗਤਾਂ ਯੋਧਿਆਂ ਵਾਲੀ ਸਾਡੀ ਕੌਮ ਨਿਰਾਲੀ ਏ। ਤਾਜ ਹੋਟਲ ਦੇ ਕਮਰਿਆਂ ਨਾਲੋਂ ਸੋਹਣੀ ਸਾਡੀ ਟਰਾਲੀ ਏ, ਸੋਹਣੀ ਸਾਡੀ ਟਰਾਲੀ। ਜਮਸ਼ੇਰ ਖੇੜੇ ਤੋਂ ਨੌਜਵਾਨ ਪਹੁੰਚੇ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ, ਕਿਸ ਤਰ੍ਹਾਂ ਸੰਘਰਸ਼ ਕਰਨਾ ਹੈ ਤੁਸੀਂ ਦੱਸੋ। ਦੇਖੋ ਜੀ, ਇੱਕ ਸਾਨੂੰ ਕਈ ਚੀਜ਼ਾਂ ਤਾਂ ਮੰਗਿਆਂ ਤੇ ਨਹੀਂ ਮਿਲਦੀਆਂ। ਇੱਕ ਮੋਦੀ ਸਰਕਾਰ ਸਾਡੇ ਨਾਲ ਐਡਾ ਧੱਕਾ ਕਰ ਰਹੀ ਆ, ਸਾਨੂੰ ਧੱਕੇ ਨਾਲ ਚੀਜ਼ ਉਹ ਦੇ ਰਹੀ ਆ। ਤੁਹਾਨੂੰ ਖੀਰ ਖਾਣ ਨੂੰ ਕਹੀਏ ਭੁੱਖ ਨਹੀਂ ਹੈਗੀ, ਉਹ ਸਾਨੂੰ ਬੰਦਾ ਕਹਿੰਦਾ ਕਿ ਖਾਓ ਧੱਕੇ ਨਾਲ। ਸਾਨੂੰ ਜਿਹੜੇ ਕਾਨੂੰਨ ਆ 3 ਇਹਨਾਂ ਨੇ ਪਾਸ ਕੀਤੇ ਆ, ਕਿਸਾਨ ਕਹਿੰਦੇ ਆ ਕਿਸਾਨਾਂ ਲਈ ਬਣਿਆ, ਕਿਸਾਨ ਕਹਿੰਦੇ ਕਿ ਸਾਨੂੰ ਨਹੀਂ ਚਾਹੀਦੇ। ਇਹ ਐਡੀ ਤਾਨਾਸ਼ਾਹ ਸਰਕਾਰ ਹੈ, ਧੱਕੇ ਨਾਲ ਸਾਨੂੰ ਦੇਣਾ ਚਾਹੁੰਦੀ ਆ ਜੀ। ਸਾਡੇ ਅੱਗੇ ਬਜ਼ੁਰਗ ਇਹ ਚੀਜ਼ਾਂ ਕਰਦੇ ਸੀ, ਹੁਣ ਅਸੀਂ ਨੌਜਵਾਨ ਪੀੜ੍ਹੀ ਉੱਠ ਗਏ ਆ, ਜਾਗ ਪਏ ਆ। ਮੋਦੀ ਸਰਕਾਰ ਨੂੰ ਇੱਕ ਮੈਸੇਜ ਦੇ ਦਿਓ, ਇਹ ਹੁਣ ਨਹੀਂ ਪਾਸ ਹੁੰਦੇ। ਅੱਗੇ ਤੁਸੀਂ ਜੋ ਕੀਤਾ ਜੋ ਹੋ ਗਿਆ, ਹੁਣ ਨਵਾਂ ਕਾਨੂੰਨ ਇਹ ਨਹੀਂ ਅਸੀਂ ਕਦੀ ਵੀ ਪਾਸ ਹੋਣ ਦੇਵਾਂਗੇ, ਲਾਗੂ ਕਰਾਂਗੇ। ਇਹ ਸਾਡੇ ਦਾਦੇ ਪੜਦਾਦਿਆਂ ਦੀਆਂ ਜ਼ਮੀਨਾਂ ਆ, ਨਾ ਅਸੀਂ ਅਡਾਨੀ ਅੰਬਾਨੀਆਂ ਦੇ ਕਦੀ ਪੈਰ ਪੈਣ ਦਿੱਤੇ ਆ ਤੇ ਨਾ ਅਸੀਂ ਦੇਵਾਂਗੇ ਜੀ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਮੋਦੀ ਸਰਕਾਰ ਇੱਕੋ ਹੀ ਗੱਲ ਕਹਿੰਦੀ ਹੈ ਕਿ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਹੱਕ 'ਚ ਆ। ਕੀ ਤੁਹਾਨੂੰ ਲੱਗਦਾ ਕੋਈ ਭਾਜੀ ਆ ਸਾਰੇ ਕਿਸਾਨ ਆ, ਅਸੀਂ ਸਾਰੇ ਕਿਸਾਨ ਆ, ਸਾਨੂੰ ਨਹੀਂ ਜਦ ਚੀਜ਼ ਨਹੀਂ ਚਾਹੀਦੀ ਤੇ ਉਹ ਬੈਠ ਕੇ ਉੱਪਰ ਉੱਥੇ ਆਫਿਸਾਂ ਏਸੀ ਵਾਲੇ ਕਮਰਿਆਂ ਦੇ ਵਿੱਚ ਬਹਿ ਕੇ ਇਹ ਚੀਜ਼ਾਂ ਸਾਨੂੰ ਦੇ ਰਹੇ ਆ। ਸਾਨੂੰ ਚਾਹੀਦੀ ਨਹੀਂ ਹੈਗੀ। ਖੇਤੀ ਅਸੀਂ ਕਰਦੇ, ਬੀਜਦੇ ਅਸੀਂ ਆ, ਵੱਢਦੇ ਅਸੀਂ ਆ, ਸਾਨੂੰ ਇਹ ਚੀਜ਼ ਚਾਹੀਦੀ ਨਹੀਂ ਹੈਗੀ। ਉਹ ਜ਼ਿਆਦਾ ਦੱਸ ਸਕਦੇ, ਸਾਨੂੰ ਇਹਨਾਂ ਨਾਲੋਂ ਜ਼ਿਆਦਾ ਵਧੀਆ ਚੀਜ਼ ਆ ਜੀ। ਅਸੀਂ ਇਹ ਚੀਜ਼ ਹੁਣ ਕੋਈ ਇਦਾਂ ਦਾ ਨਹੀਂ ਹੈਗਾ। ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਦੀ ਤਰੀਕ ਦੇ ਵਿੱਚ, ਸਾਰੇ ਨੌਜਵਾਨ ਮੁੰਡੇ ਪੜ੍ਹੇ ਲਿਖੇ। ਅਸੀਂ ਕਹਿੰਦੇ ਕਿ ਬਜ਼ੁਰਗਾਂ ਨੂੰ ਨਹੀਂ ਪਤਾ ਸੀ, ਆ ਸਾਰੇ ਅਸੀਂ ਨੌਜਵਾਨ ਪੜ੍ਹੇ ਲਿਖੇ ਆ। ਕੋਈ ਮੁੰਡਾ ਉਦਾਂ ਦਾ ਨਹੀਂ ਹੈਗਾ ਕਿ ਸਾਨੂੰ ਇਹ ਚੀਜ਼ਾਂ ਪਤਾ ਨੇ ਜੀ, ਫਿਰ ਅਸੀਂ ਕਿੱਦਾਂ ਮੰਨ ਲਈਏ ਇਹ ਚੀਜ਼ਾਂ। ਇੱਕ ਭਾਜੀ ਮੈਂ ਗੱਲ ਹੋਰ ਕਹਿਣਾ ਚਾਹੁੰਦਾ, ਜੇ ਮੋਦੀ ਨੇ ਇਹ ਕਾਨੂੰਨ ਨਾ ਵਾਪਸ ਲਿਆ, ਅਸੀਂ 90 95 ਸਾਲਾਂ ਦੇ ਬਜ਼ੁਰਗਾਂ ਤੋਂ ਲੈ ਕੇ ਆਪਣੇ ਨਿੱਕੇ 6 ਮਹੀਨਿਆਂ ਦੇ ਬੱਚੇ ਤੱਕ ਇਸ ਅੰਦੋਲਨ ਵਿੱਚ ਝੋਕ ਦੇਵਾਂਗੇ। ਇਹ ਗੱਲ ਮੋਦੀ ਮੱਤ ਆਪਣੇ ਮਨ ਵਿੱਚ ਰੱਖੇ ਵੀ ਮੈਂ ਆਪਣੀ ਅੜੀ ਤੇ ਅੜਿਆ ਰਹੂੰਗਾ। ਅਸੀਂ ਕਾਨੂੰਨ ਵਾਪਸ ਕਰਾਉਣੇ ਆ ਤੇ ਕਰਾ ਕੇ ਰਵਾਂਗੇ, ਭਾਵੇਂ ਸਾਡੀ ਉਦਾਂ ਵੀ ਇਹਨੇ ਨਸਲ ਖਤਮ ਕਰਨੀ ਆ। ਅਸੀਂ ਯੋਧਿਆਂ ਦੀ ਕੌਮ ਆ, ਅਸੀਂ ਲੜ ਕੇ ਮਰ ਕੇ ਮਰਨਾ ਮਨਜ਼ੂਰ ਕਰਾਂਗੇ, ਇਹਦੀ ਈਨ ਨਹੀਂ ਮੰਨਣੀ ਅਸੀਂ। ਅਗਰ ਸਿੰਘ ਔਜਲਾ ਜੀ ਆਏ ਨੇ, ਉਹਨਾਂ ਨਾਲ ਗੱਲ ਕਰਾਂਗੇ। ਕਿਸ ਤਰ੍ਹਾਂ ਦੇਖਦੇ ਹੋ ਸੰਘਰਸ਼ ਨੂੰ ਜਿਹੜਾ ਕਿਸਾਨਾਂ ਚੱਲ ਰਿਹਾ? ਦੇਖੋ, ਇਹ ਸੰਘਰਸ਼ ਅੱਜ ਸਮੇਂ ਦੀ ਮੰਗ ਬਣ ਗਿਆ ਸੀ। ਅੱਜ ਬਹੁਤ ਹੀ ਵੱਡੀ ਤਾਦਾਦ ਵਿੱਚ ਪਿੰਡਾਂ ਵਿੱਚੋਂ, ਸ਼ਹਿਰਾਂ ਵਿੱਚੋਂ, ਕਸਬੇ ਵਿੱਚੋਂ ਨਿਕਲ ਕੇ ਜੋ ਆਪਣੇ ਧਰਨੇ ਪ੍ਰਦਰਸ਼ਨ ਵਿੱਚ ਜੋ ਭਾਰਤ ਬੰਦ ਸੀ, ਉਸ ਵਿੱਚ ਬੱਚੇ, ਬੁੱਢੇ, ਮਾਤਾਵਾਂ, ਭੈਣਾਂ, ਕਿਸਾਨ ਦੇ ਹੱਕ ਵਿੱਚ ਅੱਜ ਸਾਰੇ ਇੱਥੇ ਸ਼ਾਮਲ ਹੋਏ ਹਾਂ ਅਸੀਂ ਧਰਨੇ ਦੇ ਵਿੱਚ। ਮੇਰੇ ਨਾਲ ਰਜੇਸ਼ ਬਿੱਟੂ ਜੀ, ਬਲਵਿੰਦਰ ਸੈਣੀ ਜੀ, ਜਸਪਾਲ ਪਾਲਾ ਜੀ ਜਮਸ਼ੇਰ ਤੋਂ, ਨੂਰਪੁਰੀ ਜੀ, ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ। ਬਹੁਤ ਵੱਡੇ ਤਾਦਾਦ ਦੇ ਵਿੱਚ ਸਾਡੇ ਨਾਲ ਮਹੱਲੇ ਵਿੱਚੋਂ ਦੇਖੋ, ਕਿਸਾਨੀ ਦਾ ਮੁੱਦਾ ਨਹੀਂ ਰਹਿ ਗਿਆ। ਹੁਣ ਸ਼ਹਿਰਾਂ ਵਿੱਚੋਂ ਵੀ ਜਿਹੜੀ ਸੰਗਤ ਹੈ ਕਿਸਾਨਾਂ ਦੇ ਹੱਕ ਵਿੱਚ ਨਿਕਲਣੀ ਸ਼ੁਰੂ ਹੋ ਗਈ ਹੈ। ਇਹਨੂੰ ਮੈਂ ਇੱਕ ਜਿੱਤ ਵੱਲ ਵੱਧਦੇ ਹੋਏ ਕਦਮ ਕਹਾਂਗਾ। ਇਹ ਇੱਕ ਬਹੁਤ ਹੀ ਜੋ ਅੱਛੀ ਖਬਰ ਹੈ, ਜਿਹੜੀ ਸ਼ਹਿਰਾਂ ਦੇ ਵਿੱਚੋਂ ਵੀ ਕਿਸਾਨ ਜਥੇਬੰਦੀਆਂ ਨੂੰ ਇਹ ਸਮਰਥਨ ਮਿਲ ਰਿਹਾ ਹੈ। ਇੱਕ ਜਿਹੜੀ ਜਥੇਬੰਦੀਆਂ ਜਾਂ ਆਪਣੇ ਰਾਜਨੀਤਿਕ ਪਾਰਟੀਆਂ ਨੇ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਅੱਜ ਤੁਸੀਂ ਦੇਖ ਰਹੇ ਹੋਗੇ ਆ ਰਹੀਆਂ ਨੇ, ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ ਜੀ, ਚਾਹੇ ਕੋਈ ਵੀ ਅਸੀਂ ਆ ਜਾਂ ਕੋਈ ਲੀਡਰ ਹੈ ਜਾਂ ਕੋਈ ਵਰਕਰ ਹੈ, ਸਭ ਤੋਂ ਪਹਿਲਾਂ ਉਹ ਕਿਸਾਨ ਹੈ, ਮਜ਼ਦੂਰ ਹੈ। ਉਸ ਤੋਂ ਬਾਅਦ ਉਹ ਕਿਸੇ ਵੀ ਜਾਤ, ਧਰਮ ਜਾਂ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੈ। ਇਸ ਲਈ ਇਹ ਜੋ ਅੱਜ ਇੱਕ ਕਿਸਾਨ
ਸੰਘਰਸ਼ ਨਹੀਂ ਰਹਿ ਗਿਆ, ਇਹ ਇੱਕ ਜਨ ਅੰਦੋਲਨ ਬਣ ਗਿਆ ਹੈ। ਇਸ ਦੇ ਨਾਲ ਸਿਰਫ ਕਿਸਾਨ ਹੀ ਨਹੀਂ, ਹੋਰ ਵੀ ਜਿਹੜੇ ਮੁੱਦੇ ਹਨ, ਸਰਕਾਰ ਨੂੰ ਇਹ ਸੋਚਣਾ ਪਏਗਾ ਕਿ ਅੱਜ ਤੋਂ ਬਾਅਦ ਜੇ ਵੀ ਅਸੀਂ ਕੋਈ ਕਾਨੂੰਨ ਪਾਸ ਕਰਨਾ ਹੈ, ਜੇਕਰ ਲੋਕਾਂ ਦੇ ਹਿੱਤ ਵਿੱਚ ਹੋਏਗਾ ਤਾਂ ਹੀ ਉਹ ਸਿਰੇ ਚੜ੍ਹੇਗਾ, ਨਹੀਂ ਤਾਂ ਇੱਦਾਂ ਹੀ ਸੰਘਰਸ਼ ਚਾਲੂ ਰਹਿਣਗੇ। ਰਜੇਸ਼ ਬਿੱਟੂ ਜੀ ਸਾਡੇ ਨਾਲ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਰਜੇਸ਼ ਬਿੱਟੂ ਜੀ, ਤੁਸੀਂ ਦੱਸੋ ਜੀ ਕਿਸ ਤਰ੍ਹਾਂ ਇਹ ਜਿਹੜਾ ਧਰਨਾ ਹੈ ਭਾਈ, ਜਾਂ ਕੋਈ ਵੀ ਤੁਸੀਂ ਪਾਰਟੀ ਦੀ ਗੱਲ ਕੀਤੀ, ਪਾਰਟੀ ਬਾਅਦ 'ਚ ਪਹਿਲਾਂ ਸਾਰੇ ਅਸੀਂ ਕਿਸਾਨ ਆ। ਇਹ ਮੁੱਦਾ 80% ਲੋਕਾਂ ਨਾਲ ਜੁੜਿਆ ਹੋਇਆ ਹੈ। ਮੋਦੀ ਨੇ ਜਿੰਨੀਆਂ ਵੀ ਅੱਜ ਤੱਕ ਸਕੀਮਾਂ ਲੈਣੀਆਂ, ਨੋਟਬੰਦੀ ਲੈਂਦੀ, ਤੁਸੀਂ ਵੀ ਦੇਖੋ ਲੋਕਾਂ ਦੇ ਆਧਾਰ ਜਾਂ ਖਾਤੇ ਖੁਲਾਏ, ਖਾਤੇ ਖੁਲਾਉਣ ਦਾ ਉਹਨਾਂ ਪੈਸਾ ਪਿਆ, ਬਾਅਦ ਲੋਕਾਂ ਦੂਜੀ ਕਰਕੇ ਨੋਟਬੰਦੀ ਕਰ ਦਿੱਤੀ ਗਈ, ਫਿਰ ਉਹਨੇ GST ਉਹ ਵੀ ਫੇਲ। ਉਸ ਤੋਂ ਬਾਅਦ ਉਹਨੇ ਕਿਸਾਨਾਂ ਵਾਸਤੇ 2-2000 ਰੁਪਏ ਦਾ ਬੰਦੋਬਸਤ ਕੀਤਾ, ਕੁਆਟਰਲੀ 2-2000 ਰੁਪਈਆ ਉਹਨਾਂ ਨੂੰ ਆਪਣੇ ਜਾਲ 'ਚ ਫਸਾਉਣ ਲਈ। ਜਦੋਂ ਕਿਸਾਨ ਇਹਨਾਂ ਜਾਲ ਵਿੱਚ ਨਹੀਂ ਫਸਿਆ, ਇਹਨਾਂ ਨੇ ਕਾਨੂੰਨ, ਕਾਲੇ ਕਾਨੂੰਨ 3 ਲਿਆਂਦੇ, ਜਿਨ੍ਹਾਂ ਵਿੱਚ ਵੀ ਕੀ ਜਮਾਖੋਰੀ, ਅਡਾਨੀ ਵਾਨੀ ਕਰਨਗੇ। ਹੁਣ ਰੇਲਵੇ ਇੱਕ ਕਿਸਮ ਦੀ ਬੰਦ ਆ। ਤੁਸੀਂ ਸਾਰਾ ਮਾਲ ਖੁੱਲ੍ਹ ਗਏ ਆ, ਹਰੇਕ ਚੀਜ਼ ਖੁੱਲ੍ਹ ਗਈ ਆ, ਰੇਲਵੇ ਕਿਉਂ ਬੰਦ ਆ? ਉਹਦਾ ਕਾਰਨ ਇਹ ਹੈ ਕਿ ਨਿੱਜੀਕਰਨ ਹੋਣ ਜਾ ਰਿਹਾ ਆ। ਰੇਲਵੇ ਵੀ ਅੱਜ ਅਡਾਨੀ ਵਾਨੀ ਦੇ ਹੱਥ ਹੋਣ ਜਾ ਰਹੀ ਆ। ਇਹ ਦੇਸ਼ ਵਿਕ ਰਿਹਾ ਆ। ਸਾਰੇ ਵਰਲਡ ਨੂੰ ਪਤਾ ਲੱਗ ਗਿਆ ਆ ਕਿ ਟਰੂਡੋ, ਓਬਾਮਾ, ਹੋਰ ਇੰਗਲੈਂਡ, ਫਰਾਂਸ, ਜਰਮਨ ਸਾਰੇ ਦੇ ਬਰਖਲਾਫ ਖੜੇ ਆ। ਅੱਜ ਜਿਹੜੇ BJP ਦੇ ਅੰਧ ਭਗਤ ਕਹਿੰਦੇ ਆ ਬਈ ਵਿਸ਼ਵ ਵਿੱਚ ਅਸੀਂ ਵਿਸ਼ਵ ਗੁਰੂ ਬਣ ਜਾਣਾ, ਹੋਰ 20 ਦਿਨ ਤਾਂ ਰਹਿ ਗਏ ਵਿਸ਼ਵ ਗੁਰੂ ਬਣਨ ਨੂੰ। 20 ਵਿੱਚ ਹੀ ਕਿਹਾ ਸੀ ਬਣ ਜਾਣਾ ਆ, ਦੱਸੋ ਕਦੋਂ ਬਣ ਰਿਹਾ ਵਿਸ਼ਵ ਗੁਰੂ? ਇਹ ਮੋਦੀ ਮੁਰਦਾਬਾਦ ਹੈ, ਮੁਰਦਾਬਾਦ ਹੀ ਰਹੂਗਾ। ਸਾਡੇ ਨਾਲ ਬਲਦੇਵ ਸਿੰਘ ਨੂਰਪੁਰੀ ਮੌਜੂਦ ਨੇ, ਉਹਨਾਂ ਨਾਲ ਗੱਲ ਕਰਾਂਗੇ। ਹਾਂਜੀ ਦੱਸੋ ਜੀ। ਹਾਂ, ਮੈਂ ਬਲਦੇਵ ਸਿੰਘ ਨੂਰਪੁਰੀ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦਾ ਆਗੂ ਹਾਂ। ਔਰ ਜਿੱਥੇ ਇਹ ਕਾਨੂੰਨਾਂ ਨਾਲ ਕਿਸਾਨਾਂ ਤੇ ਬਹੁਤ ਵੱਡਾ ਭਾਰੀ ਜਿਹੜਾ ਆ ਉਹ ਪੈਣਾ ਆ, ਉੱਥੇ ਜਿਹੜੇ ਇਹਨਾਂ ਦੇ ਨਾਲ ਖੇਤਾਂ 'ਚ ਕੰਮ ਕਰਨ ਵਾਲੇ ਮਜ਼ਦੂਰ ਆ, ਉਹ ਮਜ਼ਦੂਰਾਂ ਦੀ ਵੀ ਜਿਹੜੀ ਹਾਲਤ ਆ ਬਹੁਤ ਮਾੜੀ ਹੋਣੀ ਆ। ਵੈਸੇ ਤਾਂ ਸਮੁੱਚੇ ਵਰਗ ਦੀ ਹਾਲਤ ਮਾੜੀ ਹੋਣੀ ਆ, ਕਿਉਂਕਿ ਸਾਡੇ ਦੇਸ਼ ਦੀ 80% ਕਿਸਾਨੀ ਜਿਹੜੀ ਆ, ਉਹ ਕਿਸਾਨੀ ਤੇ ਸਾਰਾ ਸਾਡੇ ਦੇਸ਼ ਦਾ ਕਾਰੋਬਾਰ ਜਿਹੜਾ ਆ ਉਹ ਪਿਆ ਆ। ਜੇ ਕਿਸਾਨੀ ਖਤਮ ਹੁੰਦੀ ਆ ਤੇ ਮਜ਼ਦੂਰ ਖਤਮ ਹੁੰਦੇ ਆ, ਦੁਕਾਨਦਾਰ ਖਤਮ ਹੁੰਦੇ ਆ, ਵਪਾਰੀ ਵਰਗ ਖਤਮ ਹੁੰਦਾ ਆ। ਇਸ ਕਰਕੇ ਇਹ ਕਿਸਾਨ ਅਬਾਨੀਆਂ ਅਡਾਨੀਆਂ ਦੇ ਹੱਕ 'ਚ ਆ, ਗਰੀਬ ਜਨਤਾ ਦੇ ਖਿਲਾਫ ਆ, ਕਿਸਾਨਾਂ ਦੇ ਖਿਲਾਫ ਆ। ਜਿੰਨਾ ਚਿਰ ਮੋਦੀ ਦੀ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਲੈਂਦੀ, ਉਹਨਾਂ ਚਿਰ ਜਿਹੜੀ ਸਾਡੀ ਲੜਾਈ ਆ ਉਹ ਸਾਰੇ ਵਰਗਾਂ ਦੀ ਮੋਦੀ ਦੇ ਖਿਲਾਫ ਜਾਰੀ ਰਹੂਗੀ। ਔਰ ਇਹ ਕਿਸਾਨਾਂ ਦੇ ਜਿਹੜੇ ਉਹਨਾਂ ਨੇ ਲਾ ਕੇ ਕਾਨੂੰਨ, ਉਹਨਾਂ ਦੀ ਜ਼ਮੀਨ ਹੜੱਪਣ ਦੀ ਗੱਲ ਕੀਤੀ ਆ। ਪਹਿਲੇ ਸਮਿਆਂ 'ਚ ਜਿਹੜਾ ਮਜ਼ਦੂਰ ਸੀ ਕਿਸਾਨ, ਹੁਣ ਉਹ ਕਿਸਾਨ ਜਦੋਂ ਮਾਲਕ ਬਣ ਗਿਆ ਤੇ ਮੋਦੀ ਦੀ ਸਰਕਾਰ ਫੇਰ ਉਹਨੂੰ ਦੁਬਾਰਾ ਮਜ਼ਦੂਰ ਬਣਾਉਣਾ ਚਾਹੁੰਦੀ ਆ। ਔਰ ਇਹ ਕਰ ਦਿੱਤਾ ਮਜ਼ਦੂਰਾਂ ਦੇ ਕਾਨੂੰਨਾਂ ਵਿੱਚ ਵੀ ਮੋਦੀ ਨੇ ਸੋਧ ਕਰਕੇ ਵੀ 12 ਘੰਟੇ ਪੈਸੇ ਮਿਲਣਗੇ 8 ਘੰਟਿਆਂ ਦੇ। ਇਹ ਲੇਬਰ ਲਾ ਜਿਹੜੇ ਉਹ ਖਤਮ ਕੀਤੇ ਜਾ ਰਹੇ ਆ। ਮਜ਼ਦੂਰਾਂ ਨੂੰ, ਕਿਸਾਨਾਂ ਨੂੰ, ਦੁਕਾਨਦਾਰਾਂ ਨੂੰ, ਸਾਰਿਆਂ ਨੂੰ ਉਹਨਾਂ ਨੇ ਤਬਾਹ ਕਰਨ ਦਾ ਜਿਹੜਾ ਟੀਚਾ ਉਹ ਮਿਥਿਆ ਆ, ਜਿਹਦੇ ਖਿਲਾਫ ਸਮੁੱਚਾ ਦੇਸ਼ ਨਹੀਂ, ਸਾਰੇ ਬਾਕੀ ਦੇਸ਼ਾਂ ਵਿੱਚ ਵੀ ਮੋਦੀ ਦੇ ਖਿਲਾਫ ਜਿਹੜੀ ਹਾਹਾਕਾਰ ਮਚੀ ਆ। ਔਰ ਜਿਹੜੀ ਜਿੱਤ ਆ ਉਹ ਇਹਨਾਂ ਲੋਕਾਂ ਦੀ ਹੋਏਗੀ, ਕਿਸਾਨਾਂ ਦੀ ਹੋਏਗੀ, ਮਜ਼ਦੂਰਾਂ ਦੀ ਹੋਏਗੀ। ਮੋਦੀ ਦੀ ਹਾਰ ਹੋਏਗੀ। ਉਹਨੂੰ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਜੇ ਉਹ ਵਾਪਸ ਨਹੀਂ ਲੈਂਦਾ, ਇਹ ਲੜਾਈ ਉਹਨਾਂ ਚਿਰ ਜਾਰੀ ਰਹੇਗੀ।